ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਸ਼ਬਦਾਵਲੀ ਰਾਜ ਥੋਥਾ ਹੁੰਦਾ ਹੈ। ਇਸ ਦੇ ਉੱਪਰ ਆਪਣੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿੱਥੇ ਵੀ ਅਸੀਂ ਫਸਲ ਧਾਨ ਬੀਜੀਏ ਹੈ ਨਾ, ਉਸ ਧਾਨ ਦੇ ਨਾਲ ਜਿਹੜੇ ਹੈ ਨਾ ਡੀਲੇ ਹੈਗੇ ਆ, ਉਹ ਆਪਣੇ ਆਪ ਹੀ ਉੱਗ ਪੈਂਦੇ ਆ, ਉਹਨਾਂ ਨੂੰ ਉਗਾਉਣ ਦੀ ਲੋੜ ਨਹੀਂ ਪੈਂਦੀ ਹੈਗੀ। ਸੋ ਇਸੇ ਤਰ੍ਹਾਂ ਜਿੱਥੇ ਮਹਾਂਪੁਰਖ ਹੁੰਦੇ ਹਨ, ਇਹਨਾਂ ਮਹਾਂਪੁਰਖਾਂ ਦੇ ਨਾਲ ਜਿਹੜੇ ਨਾ ਨਿੰਦਕ ਰੂਪੀ ਡੀਲੇ ਹੈਗੇ ਆ, ਇਹ ਆਪਣੇ ਆਪ ਹੀ ਜਿਹੜੇ ਨਾ ਖੜੇ ਹੋ ਜਾਂਦੇ ਆ। ਸੋ ਜਿਵੇਂ ਦੋ ਚੀਜ਼ਾਂ ਦਾ ਸਵੈ ਵਿਰੋਧੀ ਜਿਹੜਾ ਹੋਣਾ ਬੜਾ ਜ਼ਰੂਰੀ ਆ ਕੁਦਰਤ ਦੀ ਵਿਧੀ ਦੇ ਅਨੁਸਾਰ। ਜੇ ਦਿਨ ਆ ਤੇ ਰਾਤ ਆ, ਜੇ ਸੱਚ ਆ ਤੇ ਝੂਠ ਆ। ਇਸ ਕਰਕੇ ਜਿੱਥੇ ਮਹਾਂਪੁਰਖ ਹੁੰਦੇ ਹਨ ਉੱਥੇ ਨਿੰਦਕ ਵੀ ਜਿਹੜੇ ਹੈ ਨਾ ਆਪਣੇ ਆਪ ਪੈਦਾ ਹੋ ਜਾਂਦੇ ਆ। ਇਹਨਾਂ ਨਿੰਦਕਾਂ ਨੂੰ ਅਸੀਂ ਹੈ ਨਾ ਜਾਣੀ ਸ਼ਬਦਾਵਲੀ ਜਿਹੜੇ ਰਾਜੇ ਆਖਦੇ ਆ। ਸ਼ਬਦਾਵਲੀ ਰਾਜੇ ਉਹ ਹੁੰਦੇ ਆ ਜਿਹੜੇ ਸ਼ਬਦਾਂ ਦੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਜੇਤੂ ਸਮਝਦੇ ਆ। ਉਹ ਸਮਝਦੇ ਕਿ ਜੋ ਸਾਡੇ ਵਿਚਾਰ ਆ, ਜੋ ਮੇਰੀ ਸੋਚ ਆ ਹੈ ਨਾ, ਇਹ ਸਭ ਤੋਂ ਵੱਡੀ ਹੈਗੀ ਆ। ਮੇਰੀ ਸੋਚ ਦੇ ਬਰਾਬਰ ਦੁਨੀਆ ਵਿੱਚ ਕੋਈ ਦੂਸਰਾ ਇਨਸਾਨ ਜਿਹੜਾ ਹੈ ਨਾ ਅੱਜ ਤੱਕ ਜੰਮਿਆ ਹੀ ਨਹੀਂ ਹੈ। ਉਹਨਾਂ ਦੀ ਜਿਹੜੀ ਹੈ ਨਾ ਇਹ ਸੋਚ ਅੰਦਰ ਬਣ ਜਾਂਦੀ ਹੈਗੀ ਆ। ਇਹ ਸੋਚ ਜਿਹੜੀ ਹੈ ਨਾ ਅੰਦਰ ਇਸ ਤਰ੍ਹਾਂ ਹੁੰਦੀ ਹੈਗੀ ਆ, ਜਿਵੇਂ ਤੂੰਬੜੀ ਜਿਹੜੀ ਹੁੰਦੀ ਆ ਉਹ ਬਾਹਰੋਂ ਹੈ ਨਾ ਚਿੱਤਰ ਬਤਾਲੀ ਹੁੰਦੀ ਹੈਗੀ ਆ, ਰੰਗ ਬਰੰਗੀ ਹੁੰਦੀ ਹੈ, ਦੇਖਣ ਨੂੰ ਜਰਾ ਚਮਕ ਦਮਕ ਉਹਦੀ ਹੁੰਦੀ ਹੈ, ਸੋਹਣੀ ਲੱਗਦੀ ਆ। ਪਰ ਅਗਰ ਉਹਨੂੰ ਕੱਟਿਆ ਜਾਵੇ ਅਤੇ ਕੱਟ ਕੇ ਅਗਰ ਉਹਨੂੰ ਖਾਵੇ ਤਾਂ ਉਹ ਕੜਤਣ ਵਾਲੀ ਹੁੰਦੀ, ਕੌੜੀ ਹੁੰਦੀ। ਜਿਹੜਾ ਖਾਂਦਾ ਹੈ ਨਾ ਉਹਨੂੰ ਥੂ ਥੂ ਕਰਦਾ ਹੈਗਾ। ਅਤੇ ਦੂਸਰਾ ਕੀ ਹੁੰਦਾ ਹੈ, ਅਗਰ ਕੋਈ ਖਾਣ ਦਾ ਯਤਨ ਵੀ ਕਰੇ ਤਾਂ ਫਿਰ ਉਹ ਤੂੰਬੜੀ ਖਾਣ ਵਾਲੇ ਵਿਅਕਤੀ ਦੇ ਮੂੰਹ 'ਤੇ ਹੈ ਨਾ ਜੀਭ 'ਤੇ ਛਾਲੇ ਬਣ ਜਾਂਦੇ ਆ। ਇਸੇ ਤਰ੍ਹਾਂ ਇਹ ਜਿਹੜੇ ਹੈ ਨਾ ਸ਼ਬਦਾਵਲੀ ਰਾਜੇ ਹੈਗੇ ਆ, ਇਸ ਤਰ੍ਹਾਂ ਇਹ ਅੰਦਰੋਂ ਥੋਥੇ ਹੁੰਦੇ ਆ। ਭਾਵ ਕੀ ਆ ਕਿ ਅਗਰ ਇਹਨਾਂ ਦੀ ਸ਼ਬਦਾਵਲੀ ਨੂੰ ਕੋਈ ਆਦਮੀ ਆਪਣੇ ਜ਼ਿੰਦਗੀ ਦੇ ਵਿੱਚ ਕਮਾਉਣਾ ਵੀ ਚਾਹੇ ਹੈ ਨਾ, ਉਹਦੀ ਜਿਹੜੀ ਹਾਲਤ ਹੈਗੀ ਆ ਉਹ ਵੀ ਤੂੰਬੜੀ ਦੇ ਦੁਆਰਾ ਮੂੰਹ 'ਚੋਂ ਪਏ ਛਾਲਿਆਂ ਵਰਗੀ ਬਣ ਜਾਂਦੀ ਹੈ। ਇਸੇ ਕਰਕੇ ਹੈ ਨਾ ਇਸ ਚੀਜ਼ ਦਾ ਬੜਾ ਜ਼ਿੰਦਗੀ ਦੇ ਵਿੱਚ ਧਿਆਨ ਰੱਖਣਾ ਪੈਂਦਾ ਹੈ। ਉਹਨਾਂ ਵਿਅਕਤੀਆਂ ਨੂੰ ਧਿਆਨ ਰੱਖਣਾ ਹੈ ਜਿਨ੍ਹਾਂ ਨੇ ਸੱਚ ਕਮਾਉਣਾ ਜ਼ਿੰਦਗੀ ਦੇ ਵਿੱਚ, ਕਿਉਂਕਿ ਇਹ ਜਿਹੜੀ ਸ਼ਬਦਾਵਲੀ ਚੀਜ਼ ਹੈਗੀ ਆ, ਭਾਸ਼ਣ ਦੇਣੇ, ਕਿਸੇ ਨੂੰ ਲੈਕਚਰ ਦੇਣਾ ਹੈਗਾ, ਇਹ ਖਾਸ ਕਰਕੇ ਰਾਜਨੀਤਿਕ ਖੇਤਰ ਦੇ ਵਿੱਚ ਜਾਣੀ ਉਹ ਚੰਗੀ ਮੰਨੀ ਜਾਂਦੀ ਆ। ਪਰ ਅਸਲ ਦੇ ਵਿੱਚ ਜਿੱਥੇ ਧਰਮ ਦੀ ਦੁਨੀਆ ਆ ਜਾਵੇ ਹੈ ਨਾ, ਅਤੇ ਧਰਮ ਦੀ ਦੁਨੀਆ ਦੇ ਅੰਦਰ ਜਿਹੜੀ ਸ਼ਬਦਾਵਲੀ ਸੱਤਾ ਹੈਗੀ ਆ, ਸ਼ਕਤੀ ਹੈਗਾ, ਇਹਨੂੰ ਕੋਈ ਜਗ੍ਹਾ ਨਹੀਂ ਮਿਲਦੀ ਹੈਗੀ। ਕਿਉਂਕਿ ਧਰਮ ਦੇ ਅੰਦਰ ਜਿਹੜੀ ਬੋਲੀ ਸ਼ਬਦਾਵਲੀ ਆ ਨਾ, ਇਹ ਉਹਦੇ ਬੋਲ ਤੋਂ ਨਹੀਂ, ਉਹਦੇ ਕਰਮ ਤੋਂ ਪਤਾ ਲੱਗਦੀ ਹੈ ਕਿ ਉਹਦੀ ਕਰਨੀ ਅਤੇ ਕਰਤੂਤ ਕਿਹੋ ਜਿਹੀ ਹੈ। ਅਤੇ ਜਿਹੋ ਜਿਹਾ ਕਰਮ ਆ ਨਾ, ਉਹੋ ਜਿਹਾ ਜਿਹੜਾ ਹੈਗਾ ਉਹਦੀ ਬੋਲੀ ਉਹ ਬਣਦੀ ਹੈਗੀ ਆ। ਅਗਰ ਚੰਗੇ ਕੰਮ ਆ, ਸ਼ੁਭ ਕਰਮ ਹੈਗੇ ਆ, ਤਾਂ ਫਿਰ ਉਹਦੀ ਜਿਹੜੀ ਸ਼ਬਦਾਵਲੀ ਉਹ ਚੰਗੀ ਅਤੇ ਸ਼ੁੱਧ ਅਤੇ ਉੱਚੀ ਅਤੇ ਪਵਿੱਤਰ ਮੰਨੀ ਜਾਂਦੀ। ਅਗਰ ਕਰਮ ਮਾੜੇ ਨੀਚ ਹੈਗੇ ਆ ਤਾਂ ਫਿਰ ਭਾਈ ਉਹਦੀ ਜਿਹੜੀ ਸ਼ਬਦਾਵਲੀ ਹੈਗੀ ਉਹ ਨੀਚ ਮੰਨੀ ਜਾਂਦੀ ਹੈਗੀ ਆ। ਇਸੇ ਕਰਕੇ ਜਿਹੜੇ ਗੁਰਮੁਖ ਪਿਆਰੇ ਹਨ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਰਹਿੰਦੇ ਆ, ਕਿਉਂਕਿ ਉਹ ਖਾਸ ਕਰਕੇ ਜਿੱਥੇ ਦੁਨਿਆਵੀ ਖਿਆਲ ਜਾਂ ਦੁਨਿਆਵੀ ਲੋਕ ਹੁੰਦੇ ਹਨ ਇਸ ਤਰ੍ਹਾਂ ਦੇ, ਉਹਨਾਂ ਤੋਂ ਉਹ ਲੋਕ ਜਿਹੜੇ ਨਾ ਆਮ ਤੌਰ 'ਤੇ ਪਾਸਾ ਪਟ ਜਾਂਦੇ ਆ, ਇੱਕ ਪਾਸੇ ਹੋ ਜਾਂਦੇ, ਯਾਨੀ ਇਉਂ ਕਹਿ ਲਓ ਕਿ ਉਹ ਮੋਨੀ ਬਣ ਜਾਂਦੇ ਆ। ਪਰ ਜਿਹੜੇ ਦੂਸਰੇ ਹੁੰਦੇ ਆ ਹਵਾਈ ਕਿਲਿਆਂ ਵਾਲੇ ਆਦਮੀ, ਜਿਨ੍ਹਾਂ ਦੇ ਅੰਦਰ ਇਹ ਸ਼ੌਂਕ ਹੁੰਦਾ ਕਿ ਹਵਾਈ ਕਿਲਿਆਂ ਦੀਆਂ ਹਵਾਈ ਗੱਲਾਂ ਸੁਣਨੀਆਂ ਹੈਗੀਆਂ ਅਤੇ ਉਹਨੂੰ ਜ਼ਿੰਦਗੀ ਦੇ ਵਿੱਚ ਇੱਕ ਮਨੋਰੰਜਨ ਦੀ ਤਰ੍ਹਾਂ ਲੈਣਾ ਹੈਗਾ, ਇਹੋ ਜਿਹੇ ਫਿਰ ਆਦਮੀਆਂ ਦਾ ਜਿਹੜਾ ਹੈ ਨਾ ਜੀਵਨ ਅਖੀਰ ਦੇ ਵਿੱਚ ਹੈ ਉਹ ਥੋਥਾ ਰਹਿ ਜਾਂਦਾ। ਭਾਵ ਕਿ ਇਸ ਸੰਸਾਰ ਦੇ ਵਿੱਚੋਂ ਖਾਲੀ ਚਲੇ ਜਾਂਦੇ ਆ। ਇਹ ਜਿਹੜਾ ਅਵਸਰ ਮਨੁੱਖੀ ਮਿਲਿਆ ਹੈ ਨਾ, ਇਹ ਅਵਸਰ ਨੂੰ ਜਿਹੜਾ ਹੈ ਨਾ ਹਮੇਸ਼ਾ ਲਈ ਗਵਾ ਦਿੰਦੇ ਆ। ਜਿੱਥੇ ਉਹ ਸਰੀਰਕ ਮੌਤ ਮਰਦੇ ਆ ਅਤੇ ਨਾਲ ਹੀ ਉੱਥੇ ਉਹ ਆਤਮਿਕ ਮੌਤ ਵੀ ਜਿਹੜੇ ਨਾਲ ਹੀ ਮਰ ਜਾਂਦੇ ਆ। ਇਸੇ ਵਿੱਚ ਹੀ ਆਪਾਂ ਹੈ ਨਾ ਅਗਰ ਗੁਰਬਾਣੀ ਦੀ ਟੇਕ ਓਟ ਆਸਰੇ ਦੇ ਨਾਲ ਅਗਰ ਦੇਖੀਏ, ਗੁਰਬਾਣੀ ਦੇ ਗਿਆਨ ਰੂਪੀ ਸੱਚ ਰੂਪੀ ਸ਼ੀਸ਼ੇ ਵਿੱਚੋਂ ਤਾਂ ਦੇਖੀਏ ਹੈ ਨਾ, ਅਤੇ ਫਿਰ ਗੁਰਬਾਣੀ ਜਿਹੜੀ ਹੈ ਨਾ ਇਹ ਉਸ ਗੁਰਮੁਖ ਪਿਆਰੇ ਨੂੰ ਬਹੁਤ ਸਾਰੇ ਗੱਲਾਂ ਤੋਂ ਸੁਚੇਤ ਕਰਾਉਂਦੀ ਆ। ਭਾਵ ਕਿ ਉਹਨੂੰ ਦੱਸਦੀ ਆ ਕਿ ਇਹ ਜੋ ਸੰਸਾਰ ਹੈ ਨਾ, ਇਸ ਸੰਸਾਰ ਦਾ ਅੰਦਰ ਜਿਹੜੀ ਰਚਨਾ ਬਣੀ ਹੈ, ਜੋ ਸੰਸਾਰ ਦੇ ਅੰਦਰ ਖੇਡ ਤਮਾਸ਼ੇ ਆਉਂਦੇ ਆ, ਉਹਨਾਂ ਤੋਂ ਜਾਣੂ ਕਰਾਉਂਦੀ ਆ। ਅਤੇ ਇਹੋ ਜਿਹੇ ਖੇਡ ਤਮਾਸ਼ਿਆਂ ਵਿੱਚ ਇੱਕ ਜਿਹੜੇ ਸ਼ਬਦਾਵਲੀ ਰਾਜੇ ਹੁੰਦੇ ਆ, ਜਿਨ੍ਹਾਂ ਦੇ ਜੀਵਨ ਜਿਹੜੇ ਹੈ ਨਾ ਬਾਹਰੋਂ ਚਮਕ ਦਮਕ ਵਾਲੇ ਹੁੰਦੇ, ਪਰ ਅੰਦਰੋਂ ਜਿਹੜੇ ਹੈ ਨਾ ਉਹ ਥੋਥੇ ਹੁੰਦੇ ਹੈ, ਖਾਲੀ ਹੁੰਦੇ ਆ, ਸੱਖਣੇ ਹੁੰਦੇ ਆ, ਨਾਮ ਰਸ ਨਾਂ ਦੀ ਉਹਨਾਂ ਦੇ ਅੰਦਰ ਕੋਈ ਚੀਜ਼ ਨਹੀਂ ਹੁੰਦੀ।
ਸੋ ਇਸੇ ਕਰਕੇ ਹੈ ਨਾ ਗੁਰਬਾਣੀ ਦੇ ਵਿੱਚ ਉਹਨਾਂ ਜਾਣੀ ਕਿ ਇਹੋ ਜਿਹੇ ਸ਼ਬਦਾਵਲੀ ਰਾਜਿਆਂ ਦੇ ਬਾਰੇ ਜਿਹੜਾ ਹੈ ਇਨਸਾਨ ਨੂੰ ਸਮਝਾਇਆ ਗਿਆ ਹੈ ਕਿ ਕਿਵੇਂ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਉਹ ਸਾਵਧਾਨਤਾ ਦੇ ਨਾਲ ਬਤੀਤ ਕਰਨੀ ਆ। ਅਤੇ ਸਿਮਰਨ ਹੀ ਬੰਦੇ ਨੂੰ ਸਾਵਧਾਨ ਬਣਾਉਂਦਾ ਹੈ। ਭਾਵ ਕੀ ਆ, ਜਿਹਦੇ ਅੰਦਰ ਗੁਰਬਾਣੀ ਦਾ 7 ਵਚਨ ਆ ਜਾਵੇ ਹੈ ਨਾ, ਇਹ 7 ਵਚਨ ਜਿਹੜਾ ਹੈ ਨਾ ਉਹਨੂੰ ਉਸ ਵਾਹਿਗੁਰੂ ਤੱਕ ਪਹੁੰਚਾ ਦਿੰਦਾ, ਉਹਦੇ ਨਾਲ ਜੋੜ ਦਿੰਦਾ ਹੈਗਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਸਾਰਾ ਕੁਛ ਜਿਹੜਾ ਹੈ ਨਾ ਪਹਿਲਾਂ ਹੀ ਗੁਰਮਤ ਦੇ ਵਿੱਚ ਪੂਰੀ ਤਰ੍ਹਾਂ ਸਮਝਾ ਦਿੱਤਾ ਹੈਗਾ। ਸੋ ਉਹ ਜੋ ਸਮਝ ਹੈਗੀ ਨਾ ਸ਼ਬਦਾਵਲੀ, ਜਿਹੜੇ ਰਾਜੇ ਹੈਗੇ ਆ ਇਹਨਾਂ ਦੀ ਜਿਹੜੀ ਡੀਂਗ ਹੁੰਦੀ ਹੈਗੀ ਆ, ਜਾਂ ਉਹ ਜਿਹੜੇ ਝੂਠ ਦੇ ਬੋਲ ਹੁੰਦੇ, ਉਹਨਾਂ ਦਾ ਕੋਈ ਵੀ ਜਿਹੜਾ ਨਾ ਪੈਰ ਨਹੀਂ ਹੁੰਦਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਦੱਸਿਆ ਹੈ ਕਿ ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ। ਕਹਿੰਦੇ ਇਹੋ ਜਿਹੇ ਪੁਰਖ ਨਾ ਹਰੀ ਦਾ ਜਸ ਕਦੀ ਸੁਣਦੇ ਆ ਅਤੇ ਨਾ ਗਾਉਂਦੇ ਆ, ਬਸ ਗੱਲਾਂ ਗੱਲਾਂ ਦੇ ਨਾਲ ਕਹਿੰਦੇ ਉਹ ਅਸਮਾਨ ਨੂੰ ਵੀ ਢਾ ਲੈਂਦੇ, ਅਸਮਾਨ ਦੀਆਂ ਟਾਕੀਆਂ ਜਿਹੜੀਆਂ ਹਨ ਉਹ ਵੀ ਤੋੜ ਕੇ ਰੱਖ ਦਿੰਦੇ ਆ, ਜਿਹਨੂੰ ਕਹਿੰਦੇ ਆ ਵੀ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣੇ। ਇਸੇ ਕਰਕੇ ਬਾਣੀ ਨੇ ਆਖਿਆ ਕਿ ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ। ਐਸੇ ਲੋਗਨ ਸੋ ਕਿਆ ਕਹੀਏ। ਕਹਿੰਦੇ ਦੱਸੋ ਇਹੋ ਜਿਹੇ ਲੋਕਾਂ ਨੂੰ ਕੀ ਕਹੀਏ। ਭਾਵ ਕੀ ਆ, ਇਹਨਾਂ ਨੂੰ ਕੀ ਕਹੀਏ, ਕੀ ਸਿਕਸ਼ਾ ਦੇਈਏ। ਭਾਵ ਕੀ ਅਗਰ ਦੇਈਏ ਵੀ ਤਾਂ ਦੇਣ ਦਾ ਕੋਈ ਲਾਭ ਨਹੀਂ, ਕਿਉਂਕਿ ਇਹ ਜਿਹੇ ਲੋਕਾਂ ਦੇ ਅੱਗੇ ਸਿਕਸ਼ਾ ਦੇਣੀ ਮੱਝ ਦੇ ਮੂਹਰੇ ਬੀਨ ਵਜਾਉਣ ਵਾਲੀ ਗੱਲ ਵਾ। ਅਤੇ ਫਿਰ ਬਾਣੀ ਦੱਸਦੀ ਆ ਕਿ ਫਿਰ ਜਿਹੜਾ ਹੈਗਾ ਉਹ ਗੁਰਮੁਖ ਪਿਆਰਾ ਜਿਹੜਾ ਸੰਤ ਲੋਕ ਉਹ ਕੀ ਕਰੇ। ਅਤੇ ਫਿਰ ਅੱਗੇ ਬਾਣੀ ਨੇ ਇਹਦਾ ਜਵਾਬ ਦਿੱਤਾ ਕਿ ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਸੇ ਸਦਾ ਡਰਾਨੇ ਰਹੀਏ। ਬਸ ਕਹਿੰਦੇ ਜਿਹੜੇ ਇਹ ਭਗਤੀ ਤੋਂ ਵਾਂਝੇ ਆ, ਸਖਣੇ ਆ, ਖਾਲੀ ਪਾਨਵਾ ਕੱਲੇ ਸ਼ਬਦਾਵਲੀ ਆ ਇਹਨਾਂ ਦੇ ਰਸਨਾ ਦੇ ਉੱਤੇ, ਬਸ ਕਹਿੰਦੇ ਇਹਨਾਂ ਤੋਂ ਹਮੇਸ਼ਾ ਆਪਣੀ ਦੂਰੀ ਬਣਾ ਕੇ ਰੱਖੋ। ਜਿਹਨੂੰ ਬਾਣੀ ਨੇ ਕਿਹਾ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਕਿਉਂ ਬਾਸਨਕਾਰੋਂ ਪਰਸੀਏ ਤੋ ਕੁਛ ਲਾਗੇ ਦਾਗ। ਅਗਲ ਕਿਸੇ ਕਾਲੇ ਜਿਹੜਾ ਬਰਤਨ ਨੂੰ ਤੁਸੀਂ ਥੋੜ੍ਹਾ ਜਿਹਾ ਵੀ ਹੱਥ ਲਾ ਲਿਆ ਹੈ ਨਾ, ਕਹਿੰਦੇ ਆਪਣੀ ਛਾਪ, ਆਪਣਾ ਪ੍ਰਭਾਵ ਜਿਹੜਾ ਹੈ ਨਾ ਕਾਲੇ ਨਿਸ਼ਾਨ ਦੀ ਸ਼ਕਲ ਦੇ ਵਿੱਚ ਜ਼ਰੂਰ ਥੋੜ੍ਹਾ ਮੋਟਾ ਜਿਹੜਾ ਦੇ ਜਾਂਦਾ ਹੈਗਾ। ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਨਾ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਆ। ਕਿਉਂ, ਇਹਦਾ ਜਿਹੜਾ ਹੈ ਨਾ ਅੱਗੇ ਬਾਣੀ ਨੇ ਬੜਾ ਸੁੰਦਰ ਖੁਲਾਸਾ ਕੀਤਾ। ਬਾਣੀ ਕਹਿੰਦੀ ਆ ਆਪ ਨਾ ਦੇ ਚਰੂ ਭਰ ਪਾਣੀ। ਕਹਿੰਦੇ ਆਪ ਤਾਂ ਸਾਰੀ ਜ਼ਿੰਦਗੀ ਕਿਸੇ ਨੂੰ ਇੱਕ ਚੁੱਲੂ ਭਰ ਪਾਣੀ ਨਹੀਂ ਦੇ ਸਕਦੇ ਲੋਕੀ। ਤਹਿ ਨਿੰਦਕ ਜੈ ਗੰਗਾ ਆਣੀ। ਅਤੇ ਕਹਿੰਦੇ ਨਿੰਦਾ ਉਹਨਾਂ ਦੀ ਕਰਦੇ ਆ ਜਿਨ੍ਹਾਂ ਨੇ ਕਹਿੰਦੇ ਇੱਥੇ ਗੰਗਾ ਬਹਾਤੀਆਂ ਗਿਆਨ ਦੀਆਂ। ਦੇਖੋ ਜਿਨ੍ਹਾਂ ਨੇ ਗਿਆਨ ਦੀਆਂ ਗੰਗਾ ਬਹਾਈਆਂ, ਨਿੰਦਾ ਉਹਨਾਂ ਦੀ। ਅਤੇ ਆਪ ਕਿਸੇ ਨੂੰ ਚੂਰੀ। ਭਾਵ ਕੀ ਆ, ਅੰਦਰ ਇੱਕ ਰਤੀ ਜਿੰਨਾ ਵੀ ਜੋ ਸੱਚ ਦਾ ਗਿਆਨ ਹੈ ਕਿਸੇ ਨੂੰ ਕਹਿੰਦੇ ਦੇ ਨਹੀਂ ਸਕਦੇ। ਅਤੇ ਅੱਗੇ ਬਾਣੀ ਕੀ ਕਹਿੰਦੀ, ਕਹਿੰਦੇ ਊਠਤ ਬੈਠਤ ਕੁਲਤਾ ਚਾਲੇ। ਕਹਿੰਦੇ ਜਦੋਂ ਉਹ ਉੱਠਦੇ ਆ ਅਤੇ ਬਹਿੰਦੇ ਹਨ, ਉਹਨਾਂ ਦੇ ਦਿਮਾਗ ਦੀ ਜਿਹੜੀ ਸੋਚ ਹੈਗੀ ਉਹ ਹੁੰਦੀ ਹੈ ਟੇਢੀਆਂ ਚਾਲਾਂ। ਭਾਵ ਕੀ ਕਿ ਉਹੋ ਜਿਹੀਆਂ ਨਾ ਸ਼ੈਤਾਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਕਰੀਏ, ਜਿਹੜੀਆਂ ਗੱਲਾਂ ਦੇ ਨਾਲ ਇਹਨਾਂ ਲੋਕਾਂ ਨੂੰ ਸਵਾਦ ਹੁੰਦਾ ਹੈ। ਅਤੇ ਇਸ ਕਰਕੇ ਕਹਿੰਦੇ ਕੀ ਆ, ਊਠਤ ਜਿਹੜੇ ਹੈ ਉੱਠਦਿਆਂ ਵੀ ਕਹਿੰਦੇ ਅਤੇ ਤੁਰੇ ਫਿਰਦਿਆਂ ਵੀ। ਗੱਲ ਕੀ, ਬੈਠਤ ਊਠਤ ਕੁੜਤਾ ਚਾਲੇ, ਆਪ ਗਏ ਔਰਨ ਹੂੰ ਘਾਲੇ। ਕਹਿੰਦੇ ਭਾਈ ਗੱਲ ਇਹ ਹੈ, ਆਪ ਤਾਂ ਗਏ ਗੁਜ਼ਰੇ ਆ ਅਤੇ ਔਰਨ ਹੂੰ ਘਾਲੇ, ਹੋਰਾਂ ਨੂੰ ਵੀ ਕਹਿੰਦੇ ਕਰਾਹੇ ਪਾਈ ਜਾਂਦੇ ਆ। ਅਤੇ ਅੱਗੇ ਬਾਣੀ ਕਹਿੰਦੇ ਛਾੜ ਕੋ ਚਰਚਾ ਆਨ ਨਾ ਜਾਣੇ, ਬ੍ਰਹਮਾ ਹੂੰ ਕੋ ਕਿਹੋ ਨਾ ਮਾਨੇ। ਕਹਿੰਦੇ ਛਾੜ ਕੋ ਚਰਚਾ ਆਨ ਨਾ ਜਾਣੇ। ਬਸ ਇਹਨਾਂ ਦਾ ਕੀ ਹੁੰਦਾ, ਕੱਲੀ ਕਹਿੰਦੇ ਫੋਕੀ ਵੈਸ ਦੇ ਵਿੱਚ ਬਸ ਗੱਲ ਕੀ, ਕੱਲੀ ਫੋਕੀ ਵੈਸ ਕਰਨਾ ਜਾਣਦੇ, ਜਾਣੀ ਪਾਣੀ 'ਚ ਮਧਾਣੀ ਪਾਉਣਾ ਜਾਣਦੇ ਆ, ਜਿਹਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ। ਅਤੇ ਬ੍ਰਹਮਾ ਹੂ ਕੋ ਕਿਹੋ ਨਾ ਮਾਨੇ। ਚਾਹੇ ਕਿੱਡੇ ਤੋਂ ਕਿੱਡਾ ਵੱਡਾ ਵੀ ਕੋਈ ਵਿਦਵਾਨ ਹੋਵੇ ਨਾ, ਕਹਿੰਦੇ ਵੀ ਉਹ ਜਿੰਨਾ ਮਰਜ਼ੀ ਸਮਝਾ ਲਵੇ, ਉਹਨਾਂ ਦਾ ਕਿਹਾ ਹੀ ਨਹੀਂ ਇਹ ਜਿਹੜੇ ਲੋਕ ਮੰਨ ਸਕਦੇ। ਇਸ ਕਰਕੇ ਬਾਣੀ ਨੇ ਕਿਹਾ ਹੈ ਆਪ ਗਏ ਔਰਨ ਹੂੰ ਖੋਵੇ, ਆਗ ਲਗਾਏ ਮੰਦਰ ਮੇ ਸੋਵੇ। ਕਹਿੰਦੇ ਆਪ ਗਏ ਔਰਨ ਹੂੰ ਖੋਵੇ। ਕਹਿੰਦੇ ਇਹ ਤਾਂ ਲੋਕੀ ਆਪਣੇ ਆਪ ਤੋਂ ਵੀ ਗਏ ਗੁਜ਼ਰੇ ਹੁੰਦੇ ਆ, ਅਤੇ ਹੋਰਾਂ ਨੂੰ ਵੀ ਕਹਿੰਦੇ ਇਸ ਪਾਸਿਓਂ ਖਿਡਾਉਂਦੇ ਆ। ਭਾਵ ਕਿ ਸੱਚ ਨਾਲੋਂ ਤੋੜਦੇ ਆ, ਝੂਠ ਦੇ ਨਾਲ ਜੋੜੀ ਜਾਣਗੇ। ਅਤੇ ਆਗ ਲਗਾਏ ਮੰਦਰ ਮੇ ਸੋਵੇ। ਬਸ ਇੱਦਾਂ ਕਹਿੰਦੇ ਵੀ ਜਿਵੇਂ ਆਪਣੇ ਘਰ ਨੂੰ ਆਪ ਹੀ ਅੱਗ ਲਾ ਕੇ ਅੰਦਰ ਬੇਫਿਕਰੇ ਹੋ ਕੇ ਸੌਂ ਜਾਂਦੇ ਆ। ਭਾਵ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਜਿਹੜਾ ਬੀਜਦੇ ਆ ਨਾ ਅਸੀਂ, ਉਸ ਬੀਜਣ ਦਾ ਇੱਕ ਨਾ ਇੱਕ ਦਿਨ ਜਿਹੜਾ ਹੈ ਨਾ ਇੱਥੇ ਹੀ ਦੁਨੀਆ 'ਚ ਹਿਸਾਬ ਕਿਤਾਬ ਦੇਣਾ ਪੈ ਜਾਣਾ ਹੈਗਾ। ਪਰ ਇਹ ਕੀ ਹੈ ਕਿ ਆਪ ਇਸ ਤਰ੍ਹਾਂ ਸੁਣਦੇ ਹੈਗੇ ਆ ਕਿ ਜਿਵੇਂ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਕੋਈ ਵੀ ਜਿਹੜਾ ਨਾ ਭੈ ਨਹੀਂ ਹੈਗਾ। ਅੱਗੇ ਬਾਣੀ ਕਹਿੰਦੀ ਅਵਰਨ ਹਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਿਜਾਨੇ। ਕਹਿੰਦੇ ਦੇਖੋ
ਇਹ ਜਿਹੜੇ ਲੋਕੀ ਹੈ ਨਾ, ਇਹ ਕੀ ਆ, ਇਹ ਆਪ ਤਾਂ ਕਹਿੰਦੇ ਕਾਣੇ ਹੈਗੇ ਆ ਬਸ, ਪਰ ਹੋਰਾਂ ਨੂੰ ਜਿਹੜੇ ਮਖੌਲ ਕਰਦੇ ਆ, ਅਵਰਨ ਹਸਤ ਕਹਿੰਦੇ ਹੁੰਦੇ ਮਖੌਲ ਕਰਨਾ, ਹੋਰਾਂ ਨੂੰ ਕਹਿੰਦੇ ਮਖੌਲ ਕਰਦੇ, ਆਪ ਹੈ ਕਾਣੇ, ਕਹਿੰਦੇ ਆਪ ਤਾਂ ਦੇਖੋ ਕਾਣੇ ਹੈ, ਆਪ ਨੂੰ ਦੀਦਾ ਹੀ ਕੱਖ ਨੇ, ਤੈਨੂੰ ਕੋ ਦੇਖ ਕੇ ਕਬੀਰ ਲਿਜਾਣੇ। ਇਹੋ ਜਿਹੇ ਲੋਕਾਂ ਦੀ ਜਿਹੜੀ ਹੈ ਨਾ ਹਾਲਤ ਦੇਖ ਕੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਦੇਖੋ ਕਿੰਨੀ ਲੱਜਾ ਵਾਲੀ ਗੱਲ ਆ, ਕਿੰਨੀ ਸ਼ਰਮ ਵਾਲੀ ਗੱਲ ਹੈਗੀ ਆ ਕਿ ਇਹੋ ਜਿਹੇ ਜਿਹੜੇ ਆਮ ਕਰਕੇ ਫਸਲਾਂ ਦੇ ਵਿੱਚ ਡੀਲੇ ਹੋ ਜਾਂਦੇ ਆ, ਇਹ ਫਿਰ ਦੂਸਰਿਆਂ ਨੂੰ ਜਿਹੜਾ ਨੁਕਸਾਨ ਪਹੁੰਚਾ ਦਿੰਦੇ ਅਗਰ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਫਸਲ ਤੋਂ ਇੱਕ ਪਾਸੇ ਨਾ ਕੀਤਾ ਜਾਵੇ। ਬਸ ਜਿਹੜਾ ਇੱਕ ਪਾਸੇ ਚੀਜ਼ ਕਰਨੀ ਹੈ ਨਾ, ਉਹ ਕੀ ਹੁੰਦਾ, ਇਹਨਾਂ ਤੋਂ ਹਮੇਸ਼ਾ ਹੈ ਨਾ ਗੈਪ ਬਣਾ ਕੇ ਰੱਖਣਾ ਚਾਹੀਦਾ ਹੈ। ਤਿੰਨ ਸੇ ਸਦਾ ਡਰਾਨੇ ਰਹੀਏ, ਕਿਉਂ ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ, ਐਸੇ ਲੋਗਨ ਸੋ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਣ, ਤਿੰਨ ਸੇ ਸਦਾ ਡਰਾਨੇ ਰਹੀਏ। ਉਹਨਾਂ ਤੋਂ ਸਦਾ ਜਿਹੜੀ ਦੂਰੀ ਬਣਾ ਕੇ ਰੱਖਣੀ ਚਾਹੀਦੀ। ਜਿਵੇਂ ਇੱਕ ਇਤਿਹਾਸਕ ਪ੍ਰਮਾਣ ਆਪਾਂ ਲੈ ਲੈਂਦੇ ਹਾਂ ਕਿ ਇੱਕ ਜਿਹੜੀ ਸੀ ਕੋਈ ਇਸਤਰੀ ਸੀ, ਜਨਨੀ ਸੀਗੀ, ਜਿਹੜਾ ਇਕਲੌਤਾ ਪੁੱਤਰ ਸੁੰਦਰ ਬੜਾ ਸੀਗਾ। ਉਹ ਜਿਹੜੀ ਜਨਨੀ ਸੀ, ਉਹਦੀ ਮਾਂ ਸੀ, ਉਹਦੇ ਹੈ ਨਾ ਮਨ ਦੇ ਵਿੱਚ ਇੱਕ ਦਿਨ ਇਹ ਵਿਚਾਰ ਆਈ ਵੀ ਮੈਂ ਹੈ ਨਾ ਆਪਣੇ ਪੁੱਤਰ ਨੂੰ ਸਭ ਤੋਂ ਵੱਡਾ ਵਿਦਵਾਨ ਬਣਾਵਾਂ, ਗਿਆਨੀ ਬਣਾਵਾਂ, ਸ਼ੋਭਾ ਵਾਲਾ ਬਣਾਵਾਂ, ਇੱਜ਼ਤ ਮਾਣ ਵਾਲਾ ਬਣਾਵਾਂ। ਸੋ ਉਸਨੇ ਇਹ ਸੋਚ ਕੇ ਨਾ ਆਪਣੇ ਪੁੱਤਰ ਦੀ ਪਰਵਰਿਸ਼ ਕੀਤੀ। ਜਦ ਪਰਵਰਿਸ਼ ਕੀਤੀ ਤਾਂ ਪੁੱਤਰ ਨੂੰ ਬਹੁਤ ਤਰ੍ਹਾਂ ਦਾ ਗਿਆਨ ਕਰਾਇਆ, ਬੜੇ ਜਾਣੀ ਹੈ ਨਾ ਲੋਕਾਂ ਦੇ ਕੋਲ ਦੂਰੋਂ ਪੰਡਤਾਂ ਦੇ ਪਾਸ ਭੇਜਿਆ, ਵਧੀਆ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ, ਅਤੇ ਕਈ ਭਾਸ਼ਾਵਾਂ ਦਾ ਜਿਹੜਾ ਉਹਨੇ ਆਪਣੀ ਜ਼ਿੰਦਗੀ 'ਚ ਗਿਆਨ ਹਾਸਲ ਕੀਤਾ। ਜਦੋਂ ਪੂਰਾ ਗਿਆਨੀ ਧਿਆਨੀ ਆਪਣੇ ਚਿੱਤੋਂ ਬਣ ਕੇ ਹਨ ਆਪਣੀ ਮਾਂ ਦੇ ਕੋਲ ਆਇਆ, ਅਤੇ ਉਹਦੀ ਮਾਂ ਕਹਿੰਦੀ ਵੀ ਹਾਂ ਦੱਸ, ਜਿਹੜਾ ਤੂੰ ਗਿਆਨ ਇਕੱਠਾ ਕੀਤਾ ਹੈਗਾ ਅਤੇ ਇਹ ਕਿੰਨਾ ਕੁ ਵੰਡਿਆ ਲੋਕਾਂ 'ਚ। ਅਤੇ ਉਹ ਜਿਹੜਾ ਪੁੱਤਰ ਸੀਗਾ ਕਹਿਣ ਲੱਗਾ, ਕਹਿੰਦਾ ਜੀ ਮੈਂ ਜਿੱਥੇ ਵੀ ਗਿਆ ਅਤੇ ਮੈਂ ਜਿਹੜਾ ਹੈ ਨਾ ਹਰੇਕ ਨੂੰ ਉਹਦੀ ਚਰਚਾ ਦੇ ਵਿੱਚ ਪੂਰੀ ਤਰ੍ਹਾਂ ਹਰਾ ਕੇ ਅਤੇ ਉਹਦੀਆਂ ਜਿੰਨੀਆਂ ਸਾਰੀਆਂ ਕਿਤਾਬਾਂ ਹਨ ਮੈਂ ਆਪਣੇ ਕਬਜ਼ੇ 'ਚ ਕਰ ਲੈਂਦਾ, ਅਤੇ ਜਿਹਦੇ ਕਰਕੇ ਹੈ ਨਾ ਮੈਂ ਆਪਣੇ ਨਾਲ ਆਪਣੇ ਗੱਡੇ ਜਿਹੜੇ ਊਠ ਆ ਉਹ ਵੀ ਭਰ ਲਏ ਆ। ਜਦ ਉਹਦੀ ਮਾਂ ਨੇ ਇਹ ਗੱਲ ਸੁਣੀ, ਉਹ ਬੜੀ ਹੈਰਾਨ ਹੋਈ ਵੀ ਭੇਜਿਆ ਤਾਂ ਮੈਂ ਇਹਨੂੰ ਕਿਸੇ ਹੋਰ ਵਾਸਤੇ ਸੀ ਅਤੇ ਇਹ ਕੰਮ ਕੀ ਕਰਿਆ। ਭਾਵ ਕੀ ਆ ਕਿ ਇਹਦੇ ਅੰਦਰ ਜਿਹੜੀ ਵਿੱਦਿਆ ਦਾ ਗੁਣ ਉਸ ਵਾਹਿਗੁਰੂ ਨੇ ਦਿੱਤਾ ਸੀਗਾ, ਉਹਦਾ ਇਹਨੂੰ ਹੰਕਾਰ ਹੋ ਗਿਆ, ਗਰੂਰ ਹੋ ਗਿਆ ਹੈ। ਅਤੇ ਫਿਰ ਉਹਦੀ ਮਾਂ ਨੇ ਸੋਚਿਆ ਵੀ ਇਸ ਤਰ੍ਹਾਂ ਤਾਂ ਇਹਦਾ ਗਰੂਰ ਜਿਹੜਾ ਹੈ ਨਾ, ਘਮੰਡ ਜਿਹੜਾ ਹੈਗਾ, ਇਹ ਚੂਰ ਨਹੀਂ ਹੋਣਾ ਹੈਗਾ, ਅਤੇ ਇਹਦਾ ਘਮੰਡ ਚੂਰ ਕਰਨ ਵਾਸਤੇ ਕੋਈ ਨਾ ਕੋਈ ਜਿਹੜੀ ਹੈ ਨਾ ਵਿਉਂਤ ਬਣਾਉਣੀ ਪੈਣੀ ਹੈ। ਅਤੇ ਉਹਦੀ ਮਾਂ ਬੜੀ ਸਿਆਣੀ ਸੀਗੀ, ਉਹਨੇ ਹੈ ਨਾ ਸੋਚ ਕੇ ਆਪਣੇ ਲੜਕੇ ਨੂੰ ਇੱਕ ਦਿਨ ਬੁਲਾਇਆ। ਉਹ ਕਹਿੰਦੀ ਵੀ ਠੀਕ ਆ, ਤੂੰ ਜਿੱਥੇ ਵੀ ਜਾਂਦਾ ਹੈਗਾ ਆਪਣੇ ਆਪ ਨੂੰ ਜੇਤੂ ਜਿਹੜਾ ਹੈ ਨਾ ਕਰਾਰ ਦਿੰਦਾ। ਅਸਲ 'ਚ ਜੇਤੂ ਮੈਂ ਤੈਨੂੰ ਤਾਂ ਮੰਨੂਗੀ ਅਗਰ ਤੂੰ ਕਬੀਰ ਨੂੰ ਹੈ ਨਾ ਜਿੱਤ ਲਵੇਂ ਗੋਸ਼ਟੀ ਵਿੱਚ, ਚਰਚਾ ਦੇ ਵਿੱਚ। ਜਦ ਇਹ ਗੱਲ ਹੋਈ ਤਾਂ ਉਹਦਾ ਲੜਕਾ ਕਹਿੰਦਾ ਲੈ ਇਹ ਕਿਹੜੀ ਗੱਲ ਆ, ਮੈਂ ਕਬੀਰ ਕੋ ਹੁਣੇ ਚਲਾ ਜਾਂਦਾ ਹੈਗਾ ਅਤੇ ਉਹਨੂੰ ਜਿੱਤ ਕੇ ਲਿਆ ਕੇ ਤੇਰੇ ਸਾਹਮਣੇ ਖੜਾ ਕਰ ਦਿੰਦਾ। ਅਤੇ ਉਹਦੀ ਮਾਂ ਜਿਹੜੀ ਸੀਗੀ ਇਸ ਗੱਲ ਨੂੰ ਸੁਣ ਕੇ ਉਹਨੂੰ ਬੜੀ ਖੁਸ਼ ਹੋਈ। ਮਨ 'ਚ ਵਿਚਾਰ ਸੀਗੀ ਕਿ ਮੇਰਾ ਲੜਕਾ ਕਬੀਰ ਸਾਹਿਬ ਪਾਸ ਜਾਏਗਾ ਅਤੇ ਅਸਲ ਦੇ ਵਿੱਚ ਜੋ ਸੱਚ ਆ ਨਾ, ਜੋ ਹਕੀਕਤ ਹੈਗੀ ਆ, ਉਸ ਨੂੰ ਜਾਣੂਗਾ। ਸੋ ਜਦੋਂ ਉਹਦਾ ਲੜਕਾ ਕਬੀਰ ਪਾਸ ਆਪਣੇ ਜਿਹੜੇ ਸਾਰੇ ਗੱਡੇ ਵਗੈਰਾ ਇਹ ਭਰ ਕੇ ਕਿਤਾਬਾਂ ਦੇ ਲੈ ਕੇ ਗਿਆ, ਅਤੇ ਜਦ ਕਬੀਰ ਦੇ ਸਾਹਮਣੇ ਪਹੁੰਚਾ ਅਤੇ ਮਾਤਾ ਲੋਜੀ ਨੇ ਪੁੱਛਿਆ ਜੀ ਕਿਹਨੂੰ ਮਿਲਣਾ, ਤਾਂ ਉਹ ਮੋਰੇ ਕਹਿਣ ਲੱਗਾ ਜੀ ਮੈਂ ਹੈ ਨਾ ਕਬੀਰ ਨੂੰ ਮਿਲਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਾਤਾ ਜੀ ਕਹਿੰਦੇ ਚੱਲ ਠੀਕ ਹੈ ਅੰਦਰ ਆ ਜਾ। ਕਹਿੰਦਾ ਨਹੀਂ ਮੈਂ ਅੰਦਰ ਨਹੀਂ ਆਉਣਾ, ਮੈਨੂੰ ਬਸ ਮੈਂ ਬਾਹਰ ਹੀ ਮਿਲਣਾ ਹੈਗਾ ਅਤੇ ਬਾਹਰੋਂ ਮਿਲ ਕੇ ਮੈਂ ਵਾਪਸ ਚਲੇ ਜਾਣਾ। ਉਹਦਾ ਮਤਲਬ ਇਹ ਸੀਗਾ ਕਿ ਅਗਰ ਕਬੀਰ ਸਾਹਿਬ ਬਾਹਰ ਹੋਣਗੇ ਅਤੇ ਮੇਰੇ ਜਿਹੜੀਆਂ ਕਿਤਾਬਾਂ ਦੇ ਗੱਡੇ ਦੇਖ ਕੇ ਭਰੇ ਹੋਏ, ਅਤੇ ਕਬੀਰ ਸਾਹਿਬ ਦਾ ਮਨ ਜਿਹੜਾ ਹੈ ਨਾ ਪਹਿਲਾਂ ਹੀ ਜਿਹੜਾ ਸੀਗਾ ਇਹਨਾਂ ਨੂੰ ਦੇਖ ਕੇ ਹੈ ਨਾ ਥੱਲੇ ਹੋ ਜਾਊਗਾ, ਭਾਵ ਕਿ ਅਤਸ਼ਾਹ ਤੋਂ ਨੀਵਾਂ ਆ ਜਾਊਗਾ ਕਿ ਮੈਂ ਐਡਾ ਵੱਡਾ ਵਿਦਵਾਨ ਹਾਂ ਜਿਹਨੇ ਇੰਨੀਆਂ ਗੋਸ਼ਟੀਆਂ ਕਰਕੇ ਪੰਡਤਾਂ ਦੀਆਂ ਸਾਰੀਆਂ ਕਿਤਾਬਾਂ ਜਿੱਤ ਲਈਆਂ। ਜਦ ਕਬੀਰ ਸਾਹਿਬ ਬਾਹਰ ਆਏ ਤਾਂ ਉਸ ਲੜਕੇ ਨੂੰ ਪੁੱਛਿਆ, ਕਹਿੰਦੇ ਹਾਂ ਦੱਸ ਕੀ ਗੱਲ ਆ। ਉਹ ਜਿਹੜਾ ਜੇਤੂ ਵਿਦਵਾਨ ਸੀਗਾ ਆਪਣੇ ਆਪ ਨੂੰ ਪੰਡਤ ਕਹਾਉਂਦਾ ਸੀਗਾ, ਉਹ ਕਬੀਰ ਨੂੰ ਕਹਿਣ ਲੱਗਾ, ਕਹਿੰਦਾ ਜੀ ਗੱਲ ਇੱਕ ਹੈਗੀ ਆ, ਤੁਸੀਂ ਹੈ ਨਾ ਮੇਰੇ ਨਾਲ ਚਰਚਾ ਕਰੋ, ਮੈਂ ਐਡੀ ਦੂਰ ਤੁਹਾਡੇ ਨਾਲ ਹੈ ਨਾ ਗਿਆਨ ਗੋਸ਼ਟੀ ਕਰਨਾ ਆ। ਅਤੇ ਕਬੀਰ ਸਾਹਿਬ ਕਹਿੰਦੇ ਅੱਛਾ ਅਗਰ ਤੂੰ ਗਿਆਨ ਗੋਸ਼ਟੀ ਕਰਨਾ ਆ ਸਾਡੇ ਨਾਲ, ਤੂੰ ਗਿਆਨ ਗੋਸ਼ਟੀ ਕਰਕੇ ਕੀ ਕਰੂੰਗਾ। ਉਹ ਲੜਕਾ ਕਹਿਣ ਲੱਗਾ ਜੀ ਮੇਰੀ ਮਾਂ ਜਿਹੜੀ ਹੈ ਨਾ ਉਹ ਕਹਿੰਦੀ ਆ ਕਿ ਮੈਂ ਤੈਨੂੰ ਤਾਂ ਜੇ ਤੂੰ ਮੰਨੂਗੀ ਅਤੇ ਅਗਰ ਤੂੰ ਕਬੀਰ ਨੂੰ ਜਿੱਤ ਲਵੇਂ। ਅਤੇ ਮੈਂ ਸਾਰੇ ਜੱਗ ਦੇ ਵਿੱਚ ਘੁੰਮਿਆ ਪਰ ਕੋਈ ਪੰਡਤ ਮੇਰੇ ਮੂਹਰੇ ਟਿਕਿਆ ਨਹੀਂ ਗਾ, ਮੈਂ ਸਭ ਦੀਆਂ ਕਿਤਾਬਾਂ ਜਿੱਤ ਕੇ ਊਠਾਂ ਦੇ ਊਠ ਭਰ ਲਏ ਆ। ਅਤੇ ਹੁਣ ਅਗਰ ਮੈਂ ਤੁਹਾਡੇ ਨਾਲ ਚਰਚਾ ਕਰਨੀ ਆ ਅਤੇ ਇਸ ਚਰਚਾ 'ਚ ਮੈਂ ਤੁਹਾਨੂੰ ਜਿੱਤਣਾ ਹੈਗਾ ਤਾਂ ਆਪਣੀ ਮਾਂ ਨੂੰ ਦੱਸ ਦੇਣਾ ਕਿ ਮੈਂ ਸਾਰੇ ਜਿੱਤ ਲਏ, ਅਤੇ ਆਪਣੀ ਮਾਂ ਦਾ ਜਿਹੜਾ ਵਿਸ਼ਵਾਸ ਆ ਨਾ ਉਹਨੂੰ ਪੱਕਾ ਕਰਨਾ। ਉਹਦੀ ਇਹ ਗੱਲ ਸੁਣ ਕੇ ਕਬੀਰ ਸਾਹਿਬ ਮੁਸਕਰਾਵੇ ਅਤੇ ਕਹਿਣ ਲੱਗੇ ਚੱਲ ਅਗਰ ਤੂੰ ਇਹੀ ਗੱਲ ਕਰਨੀ ਆ
तो चलो मैं तेन सीधे तौर पर आख दिंदा कि भाई तू जित गया मैं हार गया। जद इन्नी गल हुई वो लड़का विद्वान जिहड़ा सी महाराज कबीर वाल जिहड़ा सी बड़ा बिट बिट देखण लगा, कहण लगा मन च सोचण लगा भी ये तो गल ही सीधी तो बड़ी सौखी बन गई हैगी। ये पहले कहता इन्हें कि मैं हार गया हैगा तू जित गया है। पर फिर जो उन्हें मन च सोचा भी अगर मैं जाके घर जाके इहो गल अपनी माँ नूं दसांगा तो पर मैं सबूत भी की देवांगा माँ के सामने कि कबीर दी जिहड़ी ये गल हैगी आ कि मैं हार गया तू जित गया। ये सोच के है ना उन्हें कबीर नूं कहा कि जे गल इत्थे निबड़दी है कि तू हार मान ही लई आ तो तू मैनू है ना लिख के दे तां जो मैं अपनी माँ नूं है ना तेरी लिखत दिखा सकां कि तू हार गया तो मैं जित गया। जद इन्नी गल हुई तो कबीर साहब कहते चलो ये कोई बड़ी गल नहीं। कबीर साहब ने कागज़ लिया तो कागज़ से कबीर साहब ने लिख दिता कि कबीर हार गया तो ये जिहड़ा हैगा जेतू ये जित गया। जद इन्नी गल हुई तो थल्ले कबीर साहब ने अपने जिहड़े सीगे वो सैन कर दिते। जब दस्खत कीते तो उस लड़के ने चंगी तरह पढ़िया कि वाकई बड़ा खुश होया। नाल नूं कहण लगा भी गड्ढे हुणे मोड़ लो तो आपां जाके ये खुशखबरी अपनी माँ नूं दिंदे आ। जद वो जिहड़ा लड़का वो चिट्ठी लैके पहुंचा तो उहदी माँ जेहड़ी देख के बड़ी हैरान हुई। जद हैरान हुई तो अपने पुत्र नूं कहण लगी पुत्र बड़ी छेती मुड़े की गल हुई कि कबीर ने तेरे नाल कोई गोष्ठी विचार नहीं की। वो लड़का कहण लगा भी गोष्ठी विचार की करनी सीगी, उन्हें तो मेरे हाल देख के ना पहले ही अपनी हार मान ली हैगी। जद इन्नी गल हुई तो उहदी माता जिहड़े सीगे वो बड़े हैरान होए, कहंदे हैं कबीर ने हार मान ली? कबीर ने किवें हार मान ली? वो कहंदा माता मेरे उन्हें भरे हुए गड्ढे देख के पहला ही कहता कि कबीर हार गया तो तू जित गया। ਉਹਦੀ माँ कहती भी मैं तो कभी गल मान नहीं सकती भी कबीर हार गया तो तू जित गया, ये किवें हो सकता। जब ये बाजार चली आ तो लड़के ने उस टाइम जी चिट्ठी सी कढ़ के कबीर जी के हत्थों की लिखी अपनी माँ के हत्थ 'च फड़ा के कहण लगा कि अगर तेनू है ना यकीन नहीं है तो आ देख ला कबीर के हत्थों का लिखिया होया। जब ये गल हुई वो जिहड़ा सुनेहा सीगा लैटर सीगा जद वो पुत्र ने अपनी माँ के हत्थ 'च फड़ाया, जब माँ ने खोलिया तो उत्ते उन्हें की पढ़िया, उत्ते लिखिया सीगा कि कबीर जित गया तो ये जिहड़ी जेतू हैगा ये हार गया। वो जब इन्नी गल हुई तो माँ उहदी कहण लगी दस बई चिट्ठी ते इदां लिखा भी कबीर जित गया तू हार गया। वो कहण लगा ये किवें हो सकता हैगा, ये तो मैं आप खुद पढ़ी आ, उत्ते उन्हें आप लिखा कि कबीर हार गया मैं जित गया। पर उहदी माँ कहंदी आ देख तां जद अखर देखे तो वाकई उस लड़के ने पढ़े उत्ते लिखा सी कि भाई कबीर जी जित गया तो तू हार गया हैगा। यार इन्नी गल हुई वो लड़का बड़ा शशव पंजे च पै गया, मन च सोचण लगा भी कमाल हो गई आ बई मैं तो चिट्ठी सही पढ़ी सी। फिर वो मन च आया भी हो सकता है कि मैनू थोड़ी है ना पढ़ने च गलती लगी होगी। अपनी माँ नूं कहंदा तू रुक मैं हुणे फिर मुड़ के आया। वो लड़का दोबारा जब कबीर साहब के पास गया जाके कबीर नूं कहण लगा भी जिहड़ी तुसीं मैनूं चिट्ठी लिखी सी उहदे विच तां इह लिखिया सीगा कि जो कबीर हैगा वो जित गया हैगा तो मैं हार गया हैगा, पर तुसीं तां मैनूं इह कहा सी भी तू ही जिहड़ा सीगा लिख दे भी कबीर जिहड़ा हैगा ओह हार गया तो मैं जित गया। जद ये गल कबीर महाराज ने उस लड़के तो सुनी, वो जिहड़ा लड़का सीगा है ना वो मन दे मन बड़ा हैरान होया। पर कबीर साहब जब मुस्कुराउण लगे तो मन में कबीर साहब दे आई भी लड़के नूं ये नहीं पता हैगा भी लिखा तो मैं पक्का ही सीगा कि कबीर हार गया तो तू जित गया। पर जिहड़ा वाहिगुरू हैगा जो सर्व व्यापक हैगा वो शक्ति जिहड़ी है सारियां खेडां देखदी आ। इस करके चिट्ठी दे जिहड़े अखर हैं वो परमात्मा ने जिहड़े है ना वो कबीर दे हक दे विच जिहड़े सीगे वो कर दिते जदों उहदी माँ ने चिट्ठी पढ़ी सी, क्योंकि कबीर जी ने तो इहो ही लिखिया सी कबीर हारिया तू जितया। पर देखो वाहिगुरू जी ने उस चिट्ठी के अखर बदल के उत्ते लिख दिता सीगा कि कबीर जित गया है तू हार गया है। पर लड़के नूं जद समझ नहीं आई तो फिर कबीर जी ने लड़के वाल देखे क्या चल इदां कर तू आप हथीं लिख ला भी कबीर हार गया तो मैं जित गया। फिर उस लड़के ने ना अपने हथीं दोबारा फिर लिखा कि कबीर जिहड़ा है ये हार गया मैं जित गया। तो थल्ले कबीर जी के दस्खत किए। जदों लड़का दोबारा फिर चिट्ठी लैके अपनी माता जी पास गया, जब माता जी ने फिर चिट्ठी पढ़ी तो चिट्ठी ते द्वारा फिर वही अखर लिखे सी कि कबीर जित गया लड़का हार गया है। तो वही माँ ने फिर क्या देख चिट्ठी च तो वही अखर लिखे आ कि कबीर जित गया तू हार गया। पर जब लड़के ने वो अखर देखे वो हैरान हो गया, हक्का बक्का हो गया भी लिखा तो मैं ही सगा
ਵੀ ਕਬੀਰ ਹਾਰ ਗਿਆ ਤੇ ਮੈਂ ਜਿੱਤ ਗਿਆ, ਪਰ ਅੱਖਰ ਕਿਵੇਂ ਬਦਲ ਗਏ ਹੈਗੇ, ਕਬੀਰ ਦੇ ਹੱਕ 'ਚ ਕਿਵੇਂ ਬੋਲਦੇ ਹੈਗੇ। ਪਰ ਫਿਰ ਉਹਨੂੰ ਪਤਾ ਲੱਗਾ ਕਿ ਜਿਹੜੀ ਵਿਦਿਆ ਕਬੀਰ ਸਾਹਿਬ ਦੇ ਪਾਸ ਵਾ ਹੈ ਨਾ, ਉਹ ਸਾਡੇ ਵਰਗੇ ਜਿਹੜੇ ਹੈ ਨਾ ਸ਼ਬਦਾਵਲੀ ਰਾਜੇ ਹੈ ਉਹਨਾਂ ਦੇ ਪਾਸ ਨਹੀਂ ਹੈਗੀ। ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਹਨ ਨਾ, ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂ? ਜਿਵੇਂ ਸੂਰਜ ਹੈ ਨਾ, ਸੱਚ ਦਾ ਗਿਆਨ ਹੈ, ਸੂਰਜ ਨੂੰ ਕਦੀ ਉੱਲੂ ਜ਼ਿੰਦਗੀ 'ਚ ਦੇਖ ਨਹੀਂ ਸਕਦਾ। ਅਗਰ ਸਾਰੇ ਜਾਨਵਰ ਜਿਹੜੇ ਕਹਿਣ ਕਿ ਸਵੇਰੇ ਸੂਰਜ ਹੁੰਦਾ ਹੈ, ਪਰ ਜੋ ਉੱਲੂ ਹੈ ਨਾ, ਉਹਨਾਂ ਦੀ ਜਿਹੜੀ ਇਸ ਗੱਲ ਦੀ ਗਵਾਹੀ ਜਾਂ ਇਸ ਦੀ ਸੱਚ ਦੀ ਜਿਹੜੀ ਆਵਾਜ਼ ਹੈਗੀ ਆ, ਉਧਰ ਕਦੀ ਹਾਮੀ ਨਹੀਂ ਭਰੂਗਾ। ਉਹ ਕਹੂਗਾ ਕਿ ਮੇਰੀ ਇੰਨੀ ਉਮਰ ਹੋ ਗਈ, ਮੈਨੂੰ ਤਾਂ ਕਈ ਭਾਵੇਂ ਸਾਰੇ ਉੱਲੂਆਂ ਨੂੰ ਪੁੱਛ ਕੇ ਦੇਖ ਲਓ ਕਿ ਸੂਰਜ ਕਦੀ ਹੁੰਦਾ ਹੈਗਾ, ਪਰ ਸਾਰਿਆਂ ਦਾ ਇਹੋ ਜਵਾਬ ਹੋਏਗਾ ਕਿ ਸੂਰਜ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਅਸੀਂ ਤਾਂ ਜਿਹੜੇ ਹੈ ਨਾ ਉਹ ਹਨੇਰੇ ਦੇ ਆਸ਼ਿਕਾਂ ਹਾਂ, ਅਤੇ ਹਨੇਰਾ ਹੀ ਅਸੀਂ ਦੇਖਦੇ ਹਾਂ, ਹਨੇਰਾ ਹੀ ਸਾਡੀ ਜ਼ਿੰਦਗੀ ਹੈਗੀ ਆ। ਸੋ ਕਹਿਣ ਤੋਂ ਭਾਵ ਇਹ ਹੁੰਦਾ ਹੈ ਕਿ ਇਹਨਾਂ ਤੋਂ ਸੁਚੇਤ ਰਹਿਣਾ ਜਿਹੜਾ ਹੈ ਨਾ ਬਣਦਾ ਹੈ। ਤਾਂ ਸੁਚੇਤ ਇਸ ਤਰ੍ਹਾਂ ਰਿਹਾ ਜਾ ਸਕਦਾ ਹੈ ਜਦੋਂ ਅਸੀਂ ਇਹਨਾਂ ਤੋਂ ਆਪਣੀ ਦੂਰੀ ਬਣਾਈ ਰੱਖਾਂਗੇ। ਜਿਹੜੀ ਦੂਰੀ ਆ ਉਹ ਮਨ ਤਨ ਤੇ ਧਨ ਕਰਕੇ, ਤਦ ਹੀ ਅਸੀਂ ਸੱਚ ਦੇ ਰਸਤੇ 'ਤੇ ਸਿੱਧਾ ਤੁਰ ਸਕਦੇ ਹਾਂ। ਕਿਉਂਕਿ ਸੱਚ ਦੇ ਜਿਸ ਨੇ ਰਸਤੇ 'ਤੇ ਤੁਰਨਾ ਹਨ ਅਤੇ ਉਹਨੂੰ ਜਿੱਥੇ ਆਪਣੀ ਕੁਰਬਾਨੀ, ਆਪਣੀਆਂ ਖੁਸ਼ੀਆਂ ਛੱਡਣੀਆਂ ਪੈਣੀਆਂ ਹੈ। ਸੋ ਇਹੋ ਜਿਹੜੇ ਹਨ ਮਨਮੁਖ ਸਾਗਤ ਲੋਕ ਹੁੰਦੇ ਆ, ਉਹਨਾਂ ਦਾ ਸੰਗ ਛੱਡਣਾ ਹੈ ਨਾ, ਉਹਦੇ ਵਾਸਤੇ ਜਿਹੜਾ ਹੈਗਾ ਕੋਈ ਬਹੁਤ ਔਖੀ ਗੱਲ ਨਹੀਂ ਹੁੰਦੀ। ਕਿਉਂਕਿ ਗੁਰਮੁਖ ਨੂੰ ਕੇਵਲ ਅਤੇ ਕੇਵਲ ਆਪਣਾ ਨਿਸ਼ਾਨਾ ਜੋ ਹੈ ਨਾ, ਜੋ ਆਪਣਾ ਟਾਰਗੇਟ ਹੈ, ਮੰਜ਼ਿਲ ਹੈ, ਉਹ ਮੰਜ਼ਿਲ ਕੀ ਹੈ ਕਿ ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਬਸ ਉਹ 'ਤੇ ਹੀ ਪਹਿਰਾ ਦੇਣਾ ਹੁੰਦਾ ਹੈ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।